ਨਜ਼ਰ ਚਾਂਦ ਤੁਹਾਡੇ ਨਾਲ ਅਮਰੀਕਾ ਤੋਂ ਰਾਬਤੇ 'ਚ ਇਸ ਵਕਤ ਇੱਥੇ ਦਰਜਾ ਹਰਾਰਤ 22 ਡਿਗਰੀ ਸੈਂਟੀਗ੍ਰੇਡ ਹੈ। ਬੜੀ ਜ਼ਬਰਦਸਤ ਹਵਾ ਚੱਲ ਰਹੀ ਹੈ, ਬਹੁਤ ਤੇਜ਼ ਹਵਾ ਚੱਲ ਰਹੀ ਹੈ। ਹਲਕੇ ਹਲਕੇ ਕਲਾउड्स ਨੇ। ਮੈਂ ਸੂਰਜ 'ਚ ਬੈਠਣਾ ਸਾਹਮਣੇ ਪਸੰਦ ਕੀਤਾ। 22 ਡਿਗਰੀ ਸੈਂਟੀਗ੍ਰੇਡ ਵੈਸੇ ਕਾਫੀ ਸਾੜਨ ਵਾਲੀ ਧੁੱਪ ਹੁੰਦੀ ਹੈ। ਮਾਸ਼ਾਅੱਲਾ ਅਸੀਂ ਕਾਫੀ ਪਹਿਲਾਂ ਹੀ ਕਾਲੇ ਹਾਂ, ਜਿਸ ਤਰ੍ਹਾਂ ਮੈਂ ਤੁਹਾਨੂੰ ਕੱਲ ਦੱਸਿਆ ਸੀ। ਹੁਣ ਤੁਹਾਨੂੰ ਫਾਰਨਹਾਈਟ 70 ਡਿਗਰੀਜ਼ ਫਾਰਨਹਾਈਟ ਹੈ ਔਰ ਪੀਰ ਹੈ। ਮਾਰਚ ਦੀ 30 ਤਾਰੀਖ ਹੈ ਔਰ 3:51 ਤੇ ਮੈਂ ਤੁਹਾਡੇ ਨਾਲ ਅਮਰੀਕਾ ਤੋਂ ਰਾਬਤੇ 'ਚ। ਠੀਕ ਹੈ ਸਰਕਾਰ। ਲੋ ਜੀ, ਪਾਕਿਸਤਾਨ ਦੇ ਕਿਰਦਾਰ ਐਕਸਕਿਊਜ਼ ਮੀ ਸਭ ਤੋਂ ਪਹਿਲਾਂ ਸ਼ੁਰੂ ਹੁੰਦੇ ਆ। ਬਹੁਤ ਹੀ ਭਿਆਨਕ ਗੰਦਾ ਕਿਰਦਾਰ। ਔਰ ਅੱਜ ਵੀ ਮੇਰੀ ਇਤਲਾਹ ਦੇ ਮੁਤਾਬਕ ਮਨੀਰਾ ਮਿਸਤਰੀ ਸੂਰ ਨੇ ਸਭ ਸੂਬਿਆਂ ਨੂੰ ਕਿਹਾ ਕਿ ਸਾਨੂੰ ਅਮਰੀਕਾ ਦਾ ਸਾਥ ਦੇਣਾ ਪਏਗਾ, ਸਾਨੂੰ ਈਰਾਨ ਦੇ ਖਿਲਾਫ ਜੰਗ ਲੜਨੀ ਪਏਗੀ ਔਰ ਆਵਾਮ ਨੂੰ ਤੁਸੀਂ ਕੰਟਰੋਲ ਕਰਨਾ ਹੈ। ਅੰਦਾਜ਼ਾ ਲਾਓ ਯਾਰ, ਅਸੀਂ ਕਿੰਨੇ ਕੁੱਤੇ ਔਰ ਗੰਦ ਦੀ ਤਰਫ ਪੈ ਗਏ ਹੋਏ ਆ। ਸਾਕਾ ਡਾਰ ਜਿਹੜਾ ਕੱਲ ਡਿੱਗ ਪਿਆ ਸੀ, ਮੌਂਡੇ ਪਾਣੀ ਡਿੱਗ ਪਿਆ ਸੀ, ਠੀਕ ਹੈ ਜੀ। ਉਹ ਮੇਰੇ ਅੱਬਾ ਜੀ, ਉਹਦਾ ਬੇਟਾ ਲਿਖਦਾ ਪੇਨ ਕਿਲਰ ਲਾ ਕੇ ਮੀਟਿੰਗ ਬੈਠੇ ਰਹੇ। ਉਹ ਇਮਰਾਨ ਖਾਨ ਦਾ ਪੇਨ ਕਿਲਰ ਯੂ ਸਪਰੇ ਕਰਕੇ ਤੇ ਉਹਨੇ ਵਰਲਡ ਕੱਪ ਦਾ ਫਾਈਨਲ ਖੇਲਿਆ ਸੀ, ਜਿਹੜਾ ਜਿੱਤਿਆ ਸ਼ੋਲਡਰ ਤੇ। ਉਹ ਹੁਣ ਡਾਰ ਸਾਹਿਬ ਦਾ ਡਾਰ ਮਾਰ ਦੇਦਾ। ਭੈਣ ਚੋਦ ਹਰਾਮਜ਼ਾਦੇ ਗੰਦੇ ਕੁੱਤੇ ਇਕੱਠੇ ਹੋਏ ਆ। ਇਮਾਨ ਨਾਲ ਪਾਕਿਸਤਾਨ ਦੇ ਕੋਲ ਫਿਊਚਰ ਦਾ ਕੋਈ ਨਕਸ਼ਾ ਹੀ ਨਹੀਂ ਹੈ। ਮਤਲਬ ਫਿਊਚਰ ਸਰਵਾਈਵਲ ਜੋ ਮੁਸ਼ਕਿਲ ਹਾਲਾਤ ਹੋ ਰਹੇ ਨੇ, ਇਹ ਤੇ ਤੈਅ ਹੈ ਕਿ ਜੰਗ ਕੋਈ ਵੀ ਜਿੱਤੇ ਕੋਈ ਵੀ ਹਾਰੇ, ਹਾਲਾਤ ਦੁਨੀਆ ਦੇ ਬਹੁਤ ਮੁਸ਼ਕਿਲ ਹੋ ਜਾਣੇ ਆ। ਔਰ ਇਹ ਤੇ ਸੋਚਿਆ ਜਾਂਦਾ ਕਿ 1 ਮਹੀਨਾ ਤੋਂ ਜ਼ਿਆਦਾ ਇਹ ਜੰਗ ਚਲੇਗੀ ਔਰ ਪੈਟਰੋਲ $200 ਬੈਰਲ ਤੋਂ ਉੱਤੇ ਜਾਏਗਾ। ਕਿਆ ਪਾਕਿਸਤਾਨੀ ਹੁਕੂਮਤ ਕੋਲ ਕੋਈ ਪਲਾਨ ਹੈ? ਹਾਂ, ਜਾਪਾਨ ਵਰਗੀਆਂ ਹਕੂਮਤਾਂ। ਮੈਂ ਹੁਣ ਤੋਂ ਥੋੜੀ ਦੇਰ ਬਾਅਦ ਸ਼ਾਮ ਨੂੰ ਦੀਬਾ ਮਿਰਜ਼ਾ ਉੱਥੋਂ ਹੈ, ਬਹੁਤ ਜ਼ਬਰਦਸਤ ਖਾਤੂਨ ਹੈ ਪਾਕਿਸਤਾਨ ਤੋਂ, ਬੜੀ ਨੈਚੁਰਲ ਲਾਈਫ ਸਪੈਂਡ ਕਰਨੇ ਵਾਲੀ ਲੜਕੀ। ਉਹ ਬਲਕਿ ਰਿਕਰੂਟਮੈਂਟ ਵੀ ਕਰਦੀ ਹੈ ਪਾਕਿਸਤਾਨ ਤੋਂ ਜਾਪਾਨ ਲਈ। ਉਹਦੇ ਨਾਲ ਪੋਡਕਾਸਟ 'ਤੇ ਹੋਵਾਂਗਾ ਅਬਾਊਟ ਜਾਪਾਨ। ਮੈਂ ਤੁਹਾਨੂੰ ਦੱਸਿਆ ਸੀ ਕਿ ਜਾਪਾਨ ਵਰਗੇ ਮੁਲਕ ਨੂੰ ਕੋਈ ਫਰਕ ਨਹੀਂ ਪਏਗਾ। ਅਲਬੱਤਾ ਠੀਕ ਹੈ, ਥੋੜਾ ਜਿਹਾ ਪ੍ਰੈਸ਼ਰ ਆਏਗਾ। ਜਾਪਾਨ ਵੈਸੇ ਹੀ ਟਿਲਟ ਦੀ ਤਰਫ ਜਾ ਰਿਹਾ, ਰੂਹਾਨੀਅਤ ਦੀ ਤਰਫ, ਸਪਿਰਿਚੁਅਲਿਟੀ ਦੀ ਤਰਫ, ਸਿੰਪਲਿਸਿਟੀ ਦੀ ਤਰਫ। ਅਸੀਂ ਉਸ ਟਿਲਟ ਤੇ ਨਹੀਂ ਆਏ। ਸਾਡਾ ਉਹ ਹੀ ਕਿ ਹਮਜ਼ਾ ਅਲੀ ਅੱਬਾਸੀ ਦੀ ਜਿਹੜੀ ਭੈਣ ਹੈ, ਉਹਦੇ ਅਕਾਊਂਟ ਤੋਂ 22 ਅਰਬ ਨਿਕਲਿਆ। ਤੇ 22 ਅਰਬ ਦੀ ਮਨੀ ਲਾਂਡਰਿੰਗ, ਇੰਨੀ ਕੀ ਮਨੀ ਲਾਂਡਰਿੰਗ ਉਹਨਾਂ ਦੀ ਸੀ। ਸਾਕੇ ਉਹਨਾਂ ਦੀ, ਉਹ ਹਦੈਬੀਆ ਚੋਰੋ ਤੋਂ ਬਾਅਦ ਤੋਂ ਸ਼ੋਬਾਜ਼ ਦੀ, ਸਲਮਾਨ ਸ਼ਹਿਬਾਜ਼ ਦੀ, ਉਹ ਜਿਹੜੀ ਮਕਸੂਦ ਚਪੜਾਸੀ ਵਾਲੀ ਮਨੀ ਲਾਂਡਰਿੰਗ ਵੀ। ਸਿੰਪਲੀ ਤੁਸੀਂ ਦੁਬਈ ਪੈਸਾ ਲੈ ਜਾਂਦੇ ਹੋ ਡਾਲਰਾਂ 'ਚ, ਉੱਥੋਂ ਫਿਰ ਰੁਪਿਆਂ 'ਚ ਇੱਥੇ ਟ੍ਰਾਂਸਫਰ ਕਰ ਦਿੰਦੇ ਹੋ। ਬੜੀ ਬਹੁਤ ਵੱਡੀ ਹਰਾਮਜ਼ਦਗੀ ਇਹ ਹੀ ਆਯਾਨ ਅਲੀ ਕਰਦੀ ਸੀ। ਆਯਾਨ ਅਲੀ ਤੇ ਉੱਥੇ ਵੀ ਸਟਫ ਕਰ ਦਿੰਦੇ ਸੀ ਡਾਲਰ, ਔਰ ਇਸ ਤਰ੍ਹਾਂ ਦੇ ਕੁਛ ਮਾਮਲਾ ਚੱਲ ਰਹੇ ਸੀ। ਮੈਨੂੰ ਬੜਾ ਦੁੱਖ ਹੁੰਦਾ ਜਦੋਂ ਮੈਂ ਦੇਖਦਾ ਹਾਂ ਕਿ ਅਸੀਂ ਹੁਣੇ ਹੀ, ਮੇਰੇ ਕੋਈ ਦੋਸਤ ਕੈਨੇਡਾ ਤੋਂ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਪਾਕਿਸਤਾਨ ਗਏ ਨੇ, ਕੱਲ ਹੀ ਪਹੁੰਚੇ ਨੇ, ਪਰਸੋਂ ਚੌਥ ਪਹੁੰਚੇ ਨੇ, ਲਾਹੌਰ ਤੋਂ ਮੇਰੇ ਨਾਲ ਰਾਬਤਾ ਕਰ ਰਹੇ ਸੀ ਔਰ ਦੁੱਖ ਭਰੇ ਅੰਦਾਜ਼ ਨਾਲ ਪਾਕਿਸਤਾਨ ਦੇ ਹਾਲਾਤ ਬਿਆਨ ਕਰ ਰਹੇ ਸੀ। ਇਸੇ ਤਰ੍ਹਾਂ ਉਹ ਆਪਣਾ ਜਿਹੜਾ ਆ ਕੋਈ 2-3 ਮਹੀਨੇ ਪਹਿਲਾਂ ਉਹ ਬੜਾ ਖੂਬਸੂਰਤ ਲੜਕਾ ਲੰਦਨ ਤੋਂ, ਰਾਣਾ ਸਾਹਿਬ ਉੱਥੇ ਗਏ। ਵਾਲਦਾ ਉਹਨਾਂ ਦੀ ਫੌਤ ਹੋ ਗਈ, ਅੱਲਾਹ ਤਾਲਾ ਮਗਫਰਤ ਫਰਮਾਏ। ਉਹ ਡਾਕਟਰ ਮੁਹੱਦਤ ਸਾਹਿਬ ਸਾਡੇ ਕਲਾਸ ਫੈਲੋ, ਉਹਨਾਂ ਦੀ ਸਿਸਟਰ ਸੀ, ਸਾਈਕੈਟਰਿਸਟ। ਤੇ ਉਹ ਵੀ ਇਹੀ ਬਿਆਨ ਕਰਦੇ ਸੀ, ਹਰ ਕੋਈ ਜਿਹੜਾ ਪਾਕਿਸਤਾਨ 'ਚ ਮੌਜੂਦ ਹੈ ਜਾਂ ਓਵਰਸੀਜ਼ ਪਾਕਿਸਤਾਨ ਜਾਂਦਾ ਹੈ, ਉਹ ਇਹ ਹੋਈ ਫਰਾਡ, ਬਦਤਿਆਨਤੀ, ਡੰਗ ਟਪਾਊ, ਸਾਨੂੰ ਕੀ, ਛੱਡੋ ਯਾਰ, ਮਾਦਾ ਪ੍ਰਸਤੀ ਔਰ ਬਸ ਆਪਾ ਥਾਪੀ। ਟੈरेबल इंडीड। ਕੋਈ ਦੀਨ ਨਹੀਂ, ਮਜ਼ਹਬ ਨਹੀਂ, ਇਮਾਨ ਨਹੀਂ, ਔਰ ਸਭ ਨਾਲੋਂ ਜ਼ਿਆਦਾ ਕੰਮ ਖਰਾਬ ਹੈ ਟਿਕਟੋਕ ਵਗੈਰਾ ਨੇ ਕੀਤਾ। ਮੁੰਡੇ ਯੰਗ ਪਾਕਿਸਤਾਨ 'ਚ ਘਰ ਸੀ, ਟਿਕਟੋਕ, ਯੂਟਿਊਬ ਔਰ ਇਹ ਔਰ ਉਹ। ਮੈਨੂੰ ਕੱਲ ਉਹ ਮੇਰੀ ਨਵਾਸੀ ਕਹਿੰਦੀ, ਕੱਲ ਤੁਸੀਂ ਦੇਖੀ ਹੋਣੀ ਆ, ਦੋਨਾਂ ਦੇ ਨਾਲ ਮੈਂ ਸ਼ਾਮ ਪਾਰਕ 'ਚ ਸੀ, ਲੇਕ ਸਾਈਡ ਵਿਊ ਤੇ ਵਾਕਿੰਗ ਤੇ ਮੈਂ ਉਹਨੂੰ ਕੋਈ ਗੱਲ ਕੀਤੀ ਤੇ ਕਹਿੰਦੀ ਕਿ ਨੋ ਨੋ ਨਾਨਾ, ਮੈਂ ਆਈ ਐਮ ਯੂਟਿਊਬਰ, ਆਈ ਐਮ ਯੂਟਿਊਬਰ। ਮੈਂ ਕਿਹਾ ਪਤਾ ਨਹੀਂ ਇਹਨੇ ਕਿੱਥੋਂ ਯੂਟਿਊਬਰ ਦਾ। ਉਹ ਕਿਉਂਕਿ ਉਹ ਸ਼ਾਰਟਸ ਵਗੈਰਾ ਦੇਖਦੀ ਹੈ, ਉੱਥੇ ਬੱਚੇ ਕਹਿੰਦੇ ਆ ਕਿ ਜੀ ਮੈਂ ਯੂਟਿਊਬਰ ਹੈ, ਮੈਂ ਇਹ ਹੈ, ਮੈਂ ਉਹ ਹੈ।
बहुत ज्यादा ताफून, गलाजत, और फिर एड्डी वड्डी पॉपुलेशन दी तादाद। और कल एक कह कहे ला रहे सी मिस्र दा, सऊदी अरब दा सफीर, पाकिस्तानी और तुर्की दे फॉरेन मिनिस्टर्स इकट्ठे सी, कह कहे ओ बाबा किस गल ते तुसी कह कहे ला रहे सी की कोई तुसी सुलह कराती है, जिस तरह डिगो गार्शिया ते वो 4000 किलोमीटर दूर हमला, बात तो ईरान ने किया सी नहीं किया, वो तो फॉल्स फ्लैग सी। ठीक है जी। इसी तरह अपना ਜਿਹੜਾ ਆ ਅੱਜ ਕੱਲ ਰਾਤ ਕੁਵੈਤ ਦੀ ਡਿਸੈਲਿਨੇਸ਼ਨ ਪਲਾਂਟ ਤੇ ਹਮਲਾ ਕੀਤਾ ਮੋਸਾਦ ਨੇ, ਉਹਨੂੰ ਈਰਾਨ ਦੇ ਖਾਤੇ 'ਚ ਕਿ ਸਾਰੇ ਡਿਸੈਲਿਨੇਸ਼ਨ ਪਲਾਂਟ ਉਡਾਏ ਜਾਣ। ਦਰਅਸਲ ਮੈਂ ਉਹਨੇ ਪ੍ਰੋਫੈਸਰ ਮੈਟਸ਼ਾਈਮਰ ਨੂੰ ਦੇਖ ਰਿਹਾ ਸੀ, ਸ਼ਿਕਾਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ। ਅੱਜ ਕੱਲ ਉਹ ਅਕਸਰ ਆ ਰਹੇ ਹੁੰਦੇ ਆ, ਦੋ ਤਿੰਨ ਚੀਜ਼ਾਂ ਉਹਨਾਂ ਨੇ ਬਹੁਤ ਜ਼ਬਰਦਸਤ ਕਹੀਆਂ। ਐਕਸਕਿਊਜ਼ ਮੀ। ਇੱਕ ਤੇ ਉਹਨਾਂ ਨੇ ਕਿਹਾ ਕਿ ਇਹ ਜੰਗ ਨੀਅਰ ਫਿਊਚਰ 'ਚ ਖਤਮ ਨਹੀਂ ਹੋਣ ਲੱਗੀ, ਕਿਉਂਕਿ ਈਰਾਨ ਇਹਨੂੰ ਲੰਬਾ ਕਰਨਾ ਚਾਹੁੰਦਾ। ਈਰਾਨ ਵਾਂਟਸ ਟੂ ਮੇਕ ਅਮਰੀਕਾ ਸਫਰ। ਠੀਕ ਹੈ ਜੀ। ਫਿਰ ਹੀ ਈਰਾਨ ਦੇ ਸਾਰੇ ਅਹਿਦਾਫ ਵੀ ਪੂਰੇ ਹੋ ਜਾਂਦੇ ਆ। ਔਰ ਈਰਾਨ 40 ਸਾਲ ਤੋਂ ਇਸੇ ਦੀ ਤਿਆਰੀ ਕਰਦਾ ਰਿਹਾ। ਮੈਂ ਵੀ ਸੋਚ ਰਿਹਾ ਸੀ ਕਿ ਅਗਰ ਈਰਾਨ ਨੂੰ ਡਿਫੀਟ ਕਰਨਾ ਇੰਨਾ ਆਸਾਨ ਹੁੰਦਾ, ਫਿਰ ਸਾਰੀਆਂ ਦੁਨੀਆ ਦੀਆਂ ਤਾਕਤਾਂ 8 ਸਾਲ ਇਰਾਕ ਈਰਾਨ ਤੇ ਹਮਲਾ ਕਰਦਾ ਰਿਹਾ, ਕਿਸ ਤਰ੍ਹਾਂ ਈਰਾਨ ਬਚ ਗਿਆ? ਉਹ ਤੇ ਇੱਕ ਫੌਲਾਦ ਲੋਹੇ ਦੀ ਤਰ੍ਹਾਂ ਬਣ ਗਿਆ, ਜਿੰਦਾ ਗੁਲੇਲ ਦੇ ਨਾਲ ਤੁਹਾਨੂੰ ਉਡਾਉਣ ਵਾਲੇ। ਪਾਪੂਲੇਸ਼ਨ ਹੈ 9 ਕਰੋੜ ਦੀ ਆਬਾਦੀ ਹੈ। ਤੁਸੀਂ ਕਿਸ ਤਰ੍ਹਾਂ? ਉਹਨਾਂ ਨੇ ਤੇ ਕੁਵੈਤ, ਮੈਂ ਜਿਹੜਾ ਦੇਖ ਰਿਹਾ, ਕੁਵੈਤ, ਬਹਿਰੀਨ, ਇਹਨਾਂ ਮੁਲਕਾਂ ਤੇ ਕਬਜ਼ਾ ਕਰ ਲੈਣਾ ਹੈ। ਈਰਾਨ ਦੇ ਤੇ ਫੌਜੀ ਗਏ, ਉਹਨਾਂ ਨੇ ਥੋੜੇ ਜਿਹੇ ਸ਼ੇਖ ਨੇ, ਉਹ ਪੱਪੀ ਪਟੀਸੇ, ਉਹ ਪੱਪੀ ਪਟੀਸੇ ਜਹਾਜ਼ ਫੜਨਗੇ ਤੇ ਜਨਾਬ ਕੁੱਤਿਆਂ ਸਮੇਤ ਜਾਂ ਕੁੱਤਿਆਂ ਦੇ ਬਗੈਰ ਚਲੇ ਜਾਣਗੇ ਯੂਰਪ। ਬਾਕੀ ਰੀਪੈਟਰੀ ਉਹਨੇ ਐਕਸਪੈਟਰੀਏਟਸ ਉਹ ਵਾਪਸ ਚਲੇ ਜਾਣਗੇ, ਜਾਂ ਉਹ ਨਵੇਂ ਈਰਾਨ ਦੇ ਅੰਡਰ ਕੰਮ ਕਰਨਾ ਸ਼ੁਰੂ ਕਰ ਦੇਣਗੇ। ਪਾਕਿਸਤਾਨੀ ਉਹਨਾਂ 'ਚ ਕਾਫੀ ਨੇ, ਬੰਗਲਾਦੇਸ਼ੀ ਨੇ, ਇੰਡੀਅਨਸ ਨੇ, ਫਿਲੀਪੀਨਸ ਤੋਂ ਨੇ। ਦੇਖੋ ਜੀ 1960 'ਚ ਤੁਸੀਂ ਅਗਰ ਦੁਬਈ ਦੀ ਪਿਕਚਰਸ ਦੇਖੋ, ਤੁਹਾਨੂੰ ਖੌਫ ਆਉਂਦਾ। ਇੱਕ ਕਮਾੜੀ ਤੋਂ ਵੀ ਜ਼ਿਆਦਾ ਗੰਦਾ ਤਰੀਨ ਫਿਸ਼ ਹਾਰਬਰ 1960 'ਚ। और 1975 स्ट्रक्चर बनने बाकायदा तौर पर स्काई स्क्रेपर पहला शायद 75-76 बनिया सी, बिल्डिंग बननिया शुरू हुई। और इन्हें वो क्योंकि 74 पेट्रो डॉलर का मुआहदा होया सी, या थोड़ा जिहा तो बाद तो मैनू याद है 75-76 दुबई चलो वो बड़ा टीवी ते भी आंदा हुंदा सी, कोई एक दो ड्रामे भी दुबई चलो दी हैडिंग दे नाल आए होए सी। प्रोफैसर मैटशाइमर कहंदा सी कि उन्होंने कहा कि ਇਹ ਮਸਾਲਹਤ ਤੇ ਜਿਹੜੇ ਪਾਕਿਸਤਾਨੀ ਟੱਟੂ ਟੱਪੀਏ ਕਹਿ ਰਹੇ ਨਾ ਅਸੀਂ ਕਰਾ ਰਹੇ, ਉਹਨੇ ਕਿਹਾ ਤੁਹਾਡੇ ਖਿਆਲ 'ਚ ਦੋਨਾਂ ਦੇ, ਕਹਿੰਦਾ ਕਿ both are light years apart। दोनों साइड्स ईरान और यूएस लाइट ईयर्स अपार्ट ने। ਸਾਕ ਟੂਏ ਸ਼ੂਏ ਕਹਿੰਦੇ ਆ ਕਿ ਅਸੀਂ ਸੈਟਿੰਗ ਕਰਾ ਦਿਆਂਗੇ। ਫਿਰ ਉਹ ਤੋਂ ਬਾਅਦ ਤੋਂ ਇੱਕ ਹੋਰ ਗੱਲ ਉਹਨੇ ਬੜੀ ਅੱਛੀ ਪੁੱਛੀ। ਉਹਨੇ ਕਿਹਾ ਕਿ ਤੇਰੇ ਖਿਆਲ ਤੋਂ ਯੂਐਸ ਬੈਠਾ ਆ, ਬੜੀ ਤੇਰੀ ਸਟੱਡੀਜ਼ ਨੇ, ਐਗਜ਼ੈਕਟਲੀ ਵਾਟ ਹੈਪਨਡ ਐਂਡ ਵਾਟ ਪ੍ਰੋਂਪਟਡ ਟਰੰਪ ਕਿ ਉਹ ਵਾਰ ਲਾਂਚ ਕਰੇ। ਉਹਨੇ ਕਿਹਾ ਯੈਸ, ਅ ਵੈਰੀ ਗੁੱਡ ਕੁਐਸਚਨ। ਉਹਨੇ ਕਿਹਾ ਜੀ ਡੀਪ ਸਟੇਟ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਪੂਰੀ ਇਸ ਜੰਗ ਦੇ ਖਿਲਾਫ ਸੀ। ਡੀਪ ਸਟੇਟ ਨੂੰ ਜ਼ਾਇਨਿਸਟ ਲੌਬੀ ਤੋਂ ਟਰੰਪ ਕੱਢਣ 'ਚ ਰਿਪਬਲਿਕਨਸ ਕਾਮਯਾਬ ਹੋ ਗਏ ਸੀ। ਡੈਮੋਕ੍ਰੈਟਸ ਦੇ ਵਕਤ ਡੀਪ ਸਟੇਟ ਉਹਨਾਂ ਦੇ ਨਾਲ ਸੀ, ਜ਼ਾਇਨਿਸਟ ਦੇ ਉਹ ਜਿਹੜੇ ਗਾਜ਼ਾ ਤੇ ਹਮਲੇ ਔਰ ਸਾਰੇ ਹੋਏ। ਹੁਣ ਡੀਪ ਸਟੇਟ ਕਾਬੂ ਕਰ ਲਈ ਸੀ ਟਰੰਪ ਨੇ, ਲੇਕਿਨ ਆਈ ਡੋਂਟ ਨੋ ਵਾਈ ਹੀ ਸਕੰਬਡ ਟੂ। ਔਰ ਕਹਿੰਦਾ ਨੇਤਨਯਾਹੂ ਵੀ ਨਹੀਂ, ਮੁਸਾਦ ਦੇ ਚੀਫ ਦਾ, ਮੁਸਾਦ ਦਾ ਜਿਹੜਾ ਚੀਫ ਹੈ ਉਹਨੇ ਪਹਿਲਾਂ ਨੇਤਨਯਾਹੂ ਨੂੰ ਕਨਵਿੰਸ ਕੀਤਾ ਕਿ ਇਟਸ ਅ ਵਿਨ ਵਿਨ ਸਿਚੁਏਸ਼ਨ, ਇਹ ਤੇ ਪਲੇਟ ਤੇ ਸਾਨੂੰ ਸਭ ਕੁਝ ਮਿਲ ਰਿਹਾ ਹੈ, ਅਸੀਂ ਅੰਦਰ ਸਾਰੀ ਚੇਂਜ ਦਾ ਕੰਮ ਕਰ ਲਿਆ ਹੋਇਆ। ਉਹ ਤੋਂ ਬਾਅਦ ਤੋਂ ਫਿਰ ਉਹਨੇ ਜਿਹੜਾ ਹੈ ਨਾ ਪ੍ਰੈਜ਼ੀਡੈਂਟ ਟਰੰਪ ਨੂੰ ਬਰੀਫਿੰਗਸ ਅਪਨ ਬਰੀਫਿੰਗਸ ਦਿੱਤੀਆਂ ਤੇ ਇਹ ਕਾਰਵਾਈ ਕੀਤੀ। ਅੰਦਾਜ਼ਾ ਲਾਓ ਜੀ ਕਿੱਡੀ ਵੱਡੀ ਬਦਮਾਸ਼ੀ ਹੈ ਔਰ ਕਿੱਡੀ ਵੱਡੀ ਹਮਾਕਤ ਟਰੰਪ ਦੀ, ਜਿਹਦੀ ਵਜ੍ਹਾ ਨਾਲ ਹੀ ਕੇਮ ਇਨਟੂ ਦਿਸ ਮਸਾਦ ਸਟ੍ਰੈਪ। ਔਰ ਅੱਲਾਹ ਤਾਲਾ ਦਾ ਨਿਜ਼ਾਮ ਹੈ ਯਾਰ, ਕੁਦਰਤ ਦੇ ਨਾਲ ਨਹੀਂ ਤੁਸੀਂ ਲੜ ਸਕਦੇ। ਯੂਨਾਈਟਿਡ ਸਟੇਟਸ ਔਰ ਇਜ਼ਰਾਈਲ ਕੁਦਰਤ ਦੇ ਨਾਲ ਲੜ ਰਹੇ ਨੇ, ਠੀਕ ਹੈ ਨਾ। ਉਹ ਕੱਲ ਇੱਕ ਮੈਂ ਰੈਬੀ ਦਾ ਦੇਖ ਰਿਹਾ ਸੀ ਵੀਲੌਗ, ਬਹੁਤ ਜ਼ਬਰਦਸਤ ਸੀ, ਟੇੜੀ ਟੱਪੀਆ ਜਿਹਾ ਹੈਟ ਪਾਇਆ ਹੋਇਆ ਯਹੂਦੀ,
ਕਹਿੰਦਾ ਇਹ ਮੋਗ ਡਮੋਗ ਯਜੂਜ ਮਾਜੂਜ ਇਸਰਾਈਲ ਹੈ। ਕਹਿੰਦਾ ਇਹਨਾਂ ਨੇ ਇੰਨੇ ਮਾਰ ਦਿੱਤੇ ਗਾਜ਼ਾ ਚ, ਇੱਥੇ ਅਜੇ ਇਹਨਾਂ ਨੇ ਕਹਿੰਦਾ ਕੋਈ ਲੱਖ ਬੰਦਾ ਹੋਰ ਮਾਰ ਦੇਣਾ, ਮਿਲੀਅਨਸ ਹੋਰ ਦੁਨੀਆ 'ਚ ਮਾਰ ਦੇਣੇ ਹੈ। ਮੋਗ ਡਮੋਗ ਇਹ ਨੇ ਕਹਿੰਦਾ ਜਿਹੜਾ ਬਾਈਬਲ 'ਚ ਔਰ ਕੁਰਾਨ ਪਾਕ 'ਚ ਤਜ਼ਕਰਾ ਹੈ। ਬਹਰਹਾਲ ਜੀ, ਮੈਂ ਤੇ ਤੁਹਾਨੂੰ ਇਹੀ ਕਹਾਂਗਾ ਕਿ ਤੁਸੀਂ ਹਿੰਮਤ ਕਰੋ, ਤੁਸੀਂ ਕੋਸ਼ਿਸ਼ ਕਰੋ ਕਿ ਆਪਣੇ ਰਾਈਟਸ ਲਈ ਫਾਈਟ ਕਰੋ, ਇਮਰਾਨ ਖਾਨ ਦੇ ਨਾਲ ਜੁਆਇਨ ਕਰੋ, ਇਮਰਾਨ ਖਾਨ ਨੂੰ ਬਾਹਰ ਕਢਾਓ, ਥਿੰਗਸ ਵਿਲ ਚੇਂਜ। ਐਕਚੁਅਲੀ ਮੁਨੀਰ ਮਿਸਤਰੀ ਸੂਅਰ, ਮੁਹੰਮਦ ਬਿਨ ਸਲਮਾਨ, ਟਰੰਪ, ਇਸਰਾਈਲ ਔਰ ਸਾਰੇ ਅਰਬੇ ਮੋਨਕਸ, ਇਹ ਸਾਰੇ ਦੇ ਸਾਰੇ ਇੱਕ ਪੇਜ ਤੇ ਨੇ, ਕਿਉਂਕਿ ਈਰਾਨ ਦੇ ਬਰਤਰੀ ਦੇ ਨਾਲ ਸਭ ਦੀ ਢੂਈ ਸੇਕੀ ਜਾਏਗੀ, ਅਵਾਮ ਨੂੰ ਪਾਵਰ ਮਿਲੇਗੀ ਸਭ ਜਗ੍ਹਾ, US, ਇਸਰਾਈਲ, ਗਲਫ ਦੇ ਉਹਦੇ ਸਭ ਕੁਝ। ਇੱਕ ਬਰਦਾਸ਼ਤ ਕਰ ਸਕਦੇ ਹੈ? ਇਹ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ ਮਨੀਰਾ ਮਿਸਤਰੀ ਸੂਰ ਦੀ ਛੁੱਟੀ, ਹੈ ਜੀ। ਉਹ ਸਾਡੇ ਡਾਕ ਸਾਹਿਬ ਨੇ ਕੱਲ ਇੱਕ ਬਹੁਤ ਅੱਛਾ ਭੇਜਿਆ ਸੀ, ਨਜੀਬ ਰੂਮੀ ਸਾਹਿਬ ਨੇ, ਮੈਂ ਮੇਰਾ ਖਿਆਲ ਹੈ ਕਿ ਸ਼ਾਇਦ ਕਿਤੇ ਉਹ ਮਿਸ ਹੀ ਕਰ ਗਿਆ ਉਹਨਾਂ ਦਾ, ਹਾਂਜੀ। ਉਹ ਕੱਲ ਉਹਨਾਂ ਨੇ ਆਡੀਓ ਭੇਜੀ ਸੀ, ਉਹ ਮੇਰੇ ਤੋਂ ਕਿਤੇ ਮਿਸ ਹੋ ਗਈ। ਬਹਰਹਾਲ ਮੈਂ ਹੁਣ ਤੁਹਾਨੂੰ ਨਾ ਜਿਹੜਾ ਬਾਕੀ ਕੁਝ ਥੋੜ੍ਹੀਆਂ ਜਿਹੀਆਂ ਚੀਜ਼ਾਂ ਦੇਖ ਕੇ ਦੱਸ ਆਇਆ, ਜਿਹੜੀ ਸੂਰਤ ਹਾਲ ਹੈ। ਉਹ ਸਾਡੇ ਜਨਾਬ ਸਾਹਿਬ, ओए पाकिस्तानियों, ओए नस्ली बगैर तो, ओए गंदे खून की पैदावार, तुम्हारे टुकड़े पर पलने वाले तुम्हारे कुत्ते, तुम्हारे चौकीदार, तुम्हारी तकदीर का, तुम्हारे बच्चों के मुस्तकबिल के, तुम्हारे मुल्क के फैसले कर रहे हैं। वैसे यार लख दी लानत है तुम पर, ठीक है जी। फिर से बताया जाता है कि भुट्टो ने गुस्से में तोरखम बॉर्डर बंद करने के बाद अफगानिस्तान के वहान कॉरिडोर के 32 मुरबा किलोमीटर के इलाके पर कब्जा कर लिया है, ताकि पाकिस्तान के रास्ते गिलगित शमशेल वादी तजारत को ताजिकिस्तान से बराह रास्त मिलाया जा सके। कोई इन डफरी ग्रुप से पूछे, क्या आपको लगता है कि अफगान अपने जेर कब्जा ज़मीनी रास्ते से पाकिस्तान से कार्गो लारियों को ताजिकिस्तान जाने देंगे? बड़ा अच्छा सवाल है। इन अफगान गुरिल्ला जंगजुओं ने IIDs और गुरिल्ला हमले के ज़रिए नेटो की नकलो हरकत को महदूद कर दिया था। दूसरी, बाढ़ लगाने के बावजूद TTP के लोग सरहदी बाढ़ से गुजरते हैं और फाटा में पाकिस्तानी फ़ौजियों को निशाना बनाते हैं। DGISPR का कहना था कि रोज़ाना की बुनियाद पर पाक फ़ौज के जवानों की एरिया गश्त के दौरान सड़क किनारे IED धमाके से 3 से 7 हलाकतें होती हैं और रेगुलर फ़ौज की माहाना बुनियादों पर 200 से 220 और सालाना 2500 से 3000 तक हलाकतें दुनिया में सबसे ज़्यादा हैं। अपना इलाका कंट्रोल नहीं होता, दूसरों का इलाका कैसे बरकरार और कंट्रोल करोगे? बाजी वाह, इफ्तिखार खटक साहब लिखते हैं, बहुत ज़बरदस्त कमेंट कर रहे हैं। फिर एक कमेंट सी, इमरान खान के बेटे कासिम खान ने UNO क्रिकेट स्टेडियम में शानदार इनिंग्स खेली, गेंद को स्टेडियम से बाहर फेंक दिया। कासिम खान ने पाकिस्तान की कैंगरू कोर्ट्स और आसिम मुनीर के पागलपन दोनों को एक ही शॉट में बेनकाब कर दिया। ये कहावत है, इस मरहले पर अच्छी तरह फिट बैठती है। एक पत्थर से 2 परिंदे मारे गए। शॉट की शॉट उससे महसूस की जा सकती है कि मिलिट्री जर्नल्स के पेट में शदीद मरोड़ उठ रहे हैं। तकनीकी तौर पर कासिम खान चाहते हैं कि इमरान खान का केस इंसानियत के खिलाफ जराइम के केस में आलमी अदालत इंसाफ में भेजा जाए और आलमी बरादरी फार्म 47 और फौजी आमराना हुक्मरानी के खिलाफ सख्त इंतकामी और इक्तसादी पाबंदियां आयद करें। पाकिस्तान के फौजी आमिर और फार्म 47 इसराइल की हिमायत पर खड़े हैं, जो ऐसा लगता है कि किसी भी वक्त गिर जाएगा, जैसा कि ईरान की ज़हीन फौजी हिकमत अमली से जाहिर होता है। ऐसे गलती उन्हें ठीक कही है। फिर साढ़े जनाब न्याज साहब लिखते ने, ख़यानत की माँ यही नापाक फ़ौज है जो पाकिस्तान की मालिक बनी बैठी है, और ये अमरीकी फ़ौज का एक ब्रिगेड है। अमेरिका ने रजीम चेंज का हुक्म दिया और फ़ौज ने इमरान खान की
हुकूमत ख़त्म करके इसे बेगुनाह जेल में डाल दिया। ईरान में रजीम चेंज के लिए शदीद जंग लड़नी पड़ रही है। वेनेजुएला में सदर को ऑपरेशन करके अगवा करना पड़ा, मगर पाकिस्तानी फौज को कहकर भुट्टो को पकड़कर फांसी लगा दिया फौज ने। इस नापाक फौज से आज़ादी इंतहाई ज़रूरी है। इस फौज ने पाकिस्तान का तशख़्ख़ुस ही ख़त्म कर दिया है। ये फौजिस्तान के कब्ज़े में है। पहले इंग्लैंड की कॉलोनी था, अब अमेरिका की कॉलोनी है। अमेरिका में इस नापाक फौज के ज़रिए चला रहा है। ऐसा मैं 101% ਤੁਹਾਡੇ ਨਾਲ ਐਗਰੀ ਕਰਦਾ ਹਾਂ ਔਰ ਤੁਹਾਡਾ ਪੈਸੇਜ ਵੀ ਇਸੇ ਲਈ ਪੜ੍ਹ ਕੇ ਸੁਣਾਇਆ ਕਿ ਲੋਕਾਂ ਨੂੰ ਕੁਛ ਅਹਿਸਾਸ ਹੋਵੇ ਔਰ ਇਸ ਫੌਜ ਦੇ ਖਿਲਾਫ ਖੜੇ ਹੋਣ। ਨਜ਼ਰ ਪਲੀਜ਼ ਡੋਂਟ ਕਾਲ Arabs Gulf state Muslims. What Iran is doing is absolutely right. These all Gulf states should go and people should form new governments under guidance of Iran. Pakistan should learn lesson from this war and bring real democracy. साहब कहते हैं कि ਗਲਫ ਹੁਕਮਰਾਨਾਂ ਨੂੰ ਤੁਸੀਂ ਮੁਸਲਮਾਨ ਨਾ ਕਹੋ, ਇਹ ਕਾਫਿਰ ਨੇ, ਇਸਰਾਈਲ ਦਾ ਸਾਥ ਦੇ ਰਹੇ ਨੇ। ਉੱਥੇ ਦੇ ਅਵਾਮ ईरान ਦੀ ਸਰਕਟ की हुकूमत करन। ये वैसे होने लगा है, दिस विल हैपन। शुक्रिया। अब हम आम आदमियों को समझा रहे हैं, समझ जाएं तो क्या ही बात है आपकी बातें। अच्छा जी, वो तो बात तो एक कॉमेंट सी। ਬਜ਼ੁਰਗੋ ਤੁਸੀਂ ਹਿਸਟਰੀ ਦੇ ਬਾਰੇ ਬਹੁਤ ਜ਼ਬਰਦਸਤ ਨੌਲੇਜ ਰੱਖਦੇ ਹੋ। ਕਦੀ ਕਦੀ ਕੋਈ ਹਿਸਟਰੀ ਦੀ ਐਸੀ ਗੱਲ ਕਰ ਜਾਂਦੇ ਹੋ ਜਿਹੜੀ ਸਾਡੀ ਸੋਚ ਸਮਝ ਤੋਂ ਬਾਹਰ ਹੁੰਦੀ ਹੈ। ਪਲੀਜ਼ ਹਿਸਟਰੀ ਦੇ ਬਾਰੇ ਪ੍ਰੋਪਰ ਡੇਲੀ ਵੀ ਇੱਕ ਵੀਡੀਓ ਦਾ ਸਿਲਸਿਲਾ ਸ਼ੁਰੂ ਕਰੋ। ਪਾਕਿਸਤਾਨ ਦੇ ਅੰਦਰ ਹਿਸਟਰੀ ਦੇ ਬਾਰੇ ਜੋ ਹਾਲ ਹੈ ਕਿਤਾਬਾਂ ਅੰਦਰ, ਉਹ ਤੇ ਤੁਹਾਨੂੰ ਪਤਾ ਹੀ ਹੈ। ਸ਼ੁਕਰੀਆ। ਮੈਂ ਫਿਲਾਸਫੀ ਆਫ ਹਿਸਟਰੀ ਅੱਜ ਕੱਲ੍ਹ ਸਟੱਡੀ ਕਰ ਰਿਹਾ ਹਾਂ। ਫਿਲਾਸਫੀ, ਹਿਸਟਰੀ ਦਾ ਫਲਸਫਾ। ਹਿਸਟਰੀ ਦਾ ਫਲਸਫਾ ਇਹ ਹੈ ਕਿ ਸਾਨੂੰ ਜਿਹੜੀ ਰਿਪੋਰਟਡ ਹਿਸਟਰੀ ਆਈ ਹੈ ਇਹ ਬਾਇਸਡ ਹੈ, ਸੀਨਾ ਬਸੀਨਾ ਜਾਂ ਕੁਛ ਰਿਕਾਰਡਿੰਗ ਸੀ ਜਾਂ ਜੋ ਕੁਛ ਵੀ ਸੀ। ਠੀਕ ਹੈ ਨਾ ਜੀ। ਫਿਲਾਸਫੀ 3 ਪ੍ਰੋਂਗਡ ਹੈ ਹਿਸਟਰੀ ਦੀ ਫਿਲਾਸਫੀ। ਇੱਕ ਤੇ ਉਹ ਇਹ ਕਹਿੰਦੀ ਹੈ ਜੀ ਕਿ ਕੌਨਟੈਕਸਟ ਤੁਹਾਨੂੰ ਦੇਖਣਾ ਪਏਗਾ। ਉਸ ਵਕਤ ਕੀ ਪੀਰੀਅਡ ਸੀ, ਸਾਰੇ ਐਕਟਰਸ ਤੁਹਾਨੂੰ ਜਿਹੜੇ ਹੈ ਨਾ ਉਹਨਾਂ ਦਾ ਬਿਆਨੀਆਂ ਤੁਹਾਨੂੰ ਤੁਹਾਡੇ ਨੌਲੇਜ ਹੋਣਾ ਚਾਹੀਦਾ ਕਿ ਕੀ ਹੈ। ਠੀਕ ਹੈ ਜੀ। ਉਹ ਤੋਂ ਬਾਅਦ ਤੋਂ ਕਿ ਇਹ ਕੌਣ ਬੰਦੇ ਦੇ ਥਰੂ ਆਈ ਹੈ, ਉਹ ਪ੍ਰੈਜੁਡਿਸ ਬਾਇਸ ਹੋਣਾ। ਦੇਖੋ ਪਹਿਲਾ ਬੇਸ ਇਹ ਜਿੰਦਾ ਈਰਾਨ ਇਰਾਕ ਜੰਗ ਲੱਗ ਰਹੀ ਹੈ। ਦੇਖੋ ਮੈਂ ਤੁਹਾਨੂੰ ਇਹਦਾ ਐਗਜ਼ਾਮਪਲ ਦੇਂਦਾ ਈਰਾਨ ਅਮਰੀਕਾ ਇਸਰਾਈਲ ਜੰਗ ਦਾ। हिस्टोरियन अगर ट्रंप दी साइड और इसराइल दी साइड तो लिखेगा, वो बायस लिखेगा, ईरान वाला बायस लिखेगा। इसलिए ऑब्जेक्टिवली जेडे लोग मैकग्रेगर है और गैलोवे है न्यूट्रल जेडे रिपोर्ट कर रहे हैं उन्हों का की वो सारे स्टेज जिंदा शेक्सपीयर ने बयान किए, वो सारे वाकयात, जूलियस सीजर, किंग एडवर्ड दी 8th और हिस्टरी नो शेक्सपीयर ने बहुत अच्छा ऑब्जेक्टिवली हिस्टरी नो शेक्सपीयर ने बयान किया। I love him for that। पूरा रेफरेंस टू द कॉन्टेक्स्ट दे के और केड़े बंदियां ने की कीती। वो तो बात तो ਤੁਹਾਡਾ अपना analysis as to that, what you make out of it। Historical narration is never 2 + 2 is equal to 4। never 2 + 2 is, ਉਹ ਇੰਦਾ ਇੰਪਲੀਮੈਂਟ ਨਹੀਂ ਹੁੰਦੀ। ਹੁਣ ਪਾਕਿਸਤਾਨ ਦਾ ਬੰਨਾ ਹਿਸਟੋਰੀਕਲ ਫੈਕਟ ਲੋਕਾਂ ਲਈ ਬੜਾ ਅੱਛਾ ਸੀ ਜੀ। ਮੁਮਲਕਤ ਇਸਲਾਮੀ 27ਵੀਂ ਦੀ ਰਮਜ਼ਾਨ ਨੂੰ ਬਣੀ, ਇਹ ਤੇ ਟੁੱਟਣਾ ਹੀ ਨਹੀਂ, ਉਹ ਟੁੱਟ ਗਿਆ 71 ਚ ਹੀ। ਅੱਛਾ ਓਏ ਉਹ ਫਰਿਸ਼ਤੇ ਪਾਕਿਸਤਾਨ ਇਸੇ ਤਰ੍ਹਾਂ ਉਹ ਜਿਹੜਾ ਹੈ ਗਾਂਡਾ ਜਿਹਾ ਮੁਹੰਮਦ ਬਿਨ ਸਲਮਾਨ, ਉਹ ਜਨਾਬ ਆਪਣਾ ਖਾਦਮ ਨੇ ਹਰੀਮ ਸ਼ਰੀਫ totally absurd, totally false। वही यजीद और इमाम हुसैन वाला मामला, वो कहता यजीद ज्यादा पॉपुलर सी इमाम हुसैन नालों। वो सुहेल वड़ैच फूसड़ा जिहा भूसड़ी का कहता वो ज्यादा पॉपुलर सी। वॉज पॉपुलैरिटी वॉज एन इशू। हुकूमत होएगी, 4 बंदे ਉਹਦੇ ਨਾਲ ਹੋਣਗੇ, बट हाउ हिस्ट्री रिपोर्टेड इमाम हुसैन एज अ बिगर हीरो, टीपू सुल्तान एज अ बिगर हीरो, Socrates as a bigger hero for what they stood for। ऑब्जेक्टिव एनालिसिस करना है। वो मैं दोनों एग्जांपल देती कि पाकिस्तान इंडिया पार्टीशन है, 90% मेरे अब्बा जी अम्मी सुबह बहुत अच्छा, मैं उन्हें 10% जिन्हें गया बहुत गलत होया। ऑब्जेक्टिव एनालिसिस हिस्टोरिकल फैक्ट साढ़े सामने सी। मैं ऑब्जेक्टिव एनालिसिस कर रहा सी कि बहुत गंदा होया, कायदे आजम हरामजादा एजेंट सी ब्रिटिश।
ਇਹ ਕੋਈ ਇਸਲਾਮ ਦੇ ਨਾਂ ਤੇ ਨਹੀਂ ਬਣਿਆ। ਇਸਲਾਮੀ ਮੁਸਲਮਾਨ ਉੱਥੇ ਸਫਰ ਕਰਨਗੇ। ਮੌਲਾਨਾ ਅਬੁਲ ਕਲਾਮ ਆਜ਼ਾਦ ਵਾਲੀ ਆਰਗੂਮੈਂਟ ਸੀ ਮੇਰੀ, ਔਰ ਦੇਖ ਲਓ ਦੂਸਰਿਆਂ ਦੀ ਉਹ ਆਰਗੂਮੈਂਟ ਸੀ। ਤਿੰਨ ਐਸਪੈਕਟਸ ਹਿਸਟਰੀ ਦੇ, ਮੈਂ ਇਸ ਲਈ ਮੈਂ ਅਜੇ ਤੱਕ ਮੈਮੋਇਡਸ ਲਿਖੀ ਹੈ ਆਪਣੇ ਹਿਸਟਰੀ ਦੀ, ਕੋਈ ਕਿਤਾਬ ਤੋਂ ਮੈਂ ਇਜਤਨਾਬ ਕੀਤਾ। ਉਹਦੇ ਮੇਰਾ ਬਾਇਸ ਤੇ ਨਹੀਂ, ਮੈਂ ਤੁਹਾਨੂੰ ਦੱਸਾਂ ਕਿ ਇੱਕ ਪੂਰੀ ਬੈਕਗ੍ਰਾਉਂਡ ਦਿੱਤੀ ਜਾਏ ਉਸ ਵਕਤ, ਰੈਫਰੈਂਸ ਟੂ ਦੀ ਕੰਟੈਕਸਟ, ਉਹ ਤੋਂ ਬਾਅਦ ਤੋਂ ਕਿ ਉਹ ਕਿਹੜੇ ਪਲੇਅਰਸ ਕਿਹਨਾਂ ਦੇ ਥਰੂ ਉਹ ਰਿਪੋਰਟ ਹੋਇਆ ਇਨਸੀਡੈਂਟ, ਐਂਡ ਥਰਡ योर ऑब्जेक्टिव एनालिसिस। ਲਓ ਜੀ, ਕੱਲ ਤੱਕ ਲਈ ਇਜਾਜ਼ਤ। ਮੇਰਾ ख्याल है कि एक कमेंट शायद और सी, सर जी आज का वीलॉग बहुत उम्दा और मालूमाती रहा। पाकिस्तान के हालात बहुत ही तशवीनाक हो रहे हैं, संजीदा लोग बहुत खौफ और अफसोसनाक हालात से गुजर रहे हैं। सऊदी अरब का साथ देना भी अमेरिका की हिदायत पर है कि पाकिस्तानी फ़ौज को आगे करके अमेरिका सऊदी अरब से ईरान को मारेगा। जो लोग ट्रूप्स ऑन ग्राउंड आए, पाकिस्तान विल सपोर्ट यूएस और उन्होंने नाल निकलेगा और टोटल एनार्की और तबाही हो जाएगी। मैं दोनों दस दियाँ, ठीक है जी। फिर एक कमेंट सी, पिछले चंद माह से देखा जा रहा है कि जब भी आसिफ जरदारी के आसिम मुनीर से ताल्लुकात कशीदा होते हैं, जो आजकल भी हुए हैं। 23 मार्च को सुप्रीम कमांडर सिंध में मौजूद रहे और सिंध रिजर्व पुलिस से सलामी ली, और 23 मार्च को किसी फौजी मौके पर मदऊ नहीं किया, क्योंकि आसिम मुनीर 28वीं तरमीम चाहता है और जरदारी इस्तीफा दे दें। दूसरी तरफ बाबा एतजाज एहसन छलांग लगाकर अदालतों में इमरान खान के मुकदमात लड़ने लगता है। कहने का मतलब है कि पाकिस्तान के हालात की सुई आज भी इमरान खान के गिर्द घूमती है, चाहे वो बबली सफदर या नवाज शरीफ ही क्यों ना हो। कमेंट थे बहुत वजन रखता है जी। फिर वो तो बाद बरतानिया के रुकन पार्लियामेंट गैलवे का कहना है कि नेतन्याहू का त्यारा अब भी जर्मनी में खड़ा है, जबकि एआई से नेतन्याहू की हालिया वीडियो जाली या असली होने की तस्दीक करने को कहा गया। एआई जवाब नहीं देता। मौजूदा सूरत हाल में अगर नेतन्याहू जिंदा होता तो वो ट्रंप के साथ व्हाइट हाउस वाशिंगटन में बैठा होता, जबकि जेडी वांस की औकात ही नहीं नेतन्याहू पर इल्ज़ाम तराशी का रवैया रखते हुए बात करने की। वो तो जाली सी कि जेडी वैंस ने नेतन्याहू ने चाड़िया। अमरीकी इंतज़ामिया के लिए नेतन्याहू का जिंदा रहना मुर्दा से बेहतर है, ताकि ट्रंप इंतज़ामिया की नाकामी नेतन्याहू के कंधों पर डाली जाए और अमरीकी शहरियों और दुनिया को यह गलत फहमी में रखा जाए कि ईरान की जंग और बड़े पैमाने पर तबाही के पीछे नेतन्याहू की गलत पॉलिसियां। अगर नेतन्याहू को मुर्दा करार दिया गया तो सारा इल्ज़ाम ट्रंप और अमरीकी हुकूमत पर आएगा। ट्रंप का सेनेट में मुआवजा और सदारत से हटाया जा सकता है। ट्रंप और सेहूनी अब भी ईरान को घुटने पर लाने की कोशिश कर रहे हैं, क्योंकि एक बार अमन मुआहदे पर दस्तखत होने के बाद ट्रंप अमरीका मुश्किल सूरत हाल से दो चार हो जाएंगे। ईरान पहले ही ऐलान कर चुका है कि वो बच्चों के कत्ल के इंसाफ के लिए बैनुल अक़वामी अदालत में जाएंगे। मतलब ट्रंप को नस्लकशी में मुलव्वस किया जा सकता है, और अगर नेतन्याहू मुर्दा साबित हुआ तो ट्रंप कत्ल का वाहिद मुश्तबा होंगे। खेल देखने में इतना आसान नहीं है। वाकई मैं इन्हां नाल काफ़ी हद तक एग्री करदा। अमरीका भी ओदी डेथ छुपा रहा है। दूसरा, कल मैं एक बहुत सारियां 158 स्मॉल किड्स ते टीनेजर्स ते स्कूल ते आ रही हैं। टॉमॉक मिसाइल जिस तरह उन्होंने दागे, बिल्कुल उन्होंने पता सी वट दे आर डूइंग। कोई एक्सीडेंट नहीं किए गए सी। लो जी, कल तक ली इजाज़त। अपना बहुत ख्याल रखो। इंशाल्लाह कल तुहाडे नाल फिर